सत श्री अकाल जी। तुसीं प्राइम मिनिस्टर टैलीविजन देख रहे हो दोस्तों। मैं हाँ स्वर्ण सिंह टैणा ਤੇ हर रोज़ की तरह ही प्रोग्राम खबर की खबर लैके हाज़र हाँ। पहली वड्डी खबर के वाल जाण तो पहलां पंजाब के मौसम की हाल बयानी। लंघे कल भी पंजाब दे विच कुछ थावां ते कणियां पईयां, बदलबाई जी रही है। जिहड़ा तापमान कुछ दिन तक 43 डिग्री तक पहुँच जाता सी, वो कल लंघे कल यानी कि 38 डिग्री तक रहा, यानी कि 5 डिग्री घटिया टैंपरेचर है जिहड़ा वो ठीक है। तपश हुण बहुती नहीं है। मौसम विभाग ने यह गल कही है कि आउंदे 24 घंटे दे विच पंजाब दे विच बदलबाई की संभावना कुछ कुछ थावां ते छिट्टे पै सकदे आ। पर जिवें पंजाब दे विच पिछले 48 घंटिਆਂ ਦੇ ਵਿੱਚ बेहद कणियां पईयां, कई थावां ते गड़ेमारी भी हुई है, झक्खड़ झुੱਲਾ हनेरी तूफान बहुत तेज़ आया, ਉਹਦੇ ਕਰਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦਰਖਤ ਵੀ ਡਿੱਗੇ ਆ, ਵੱਡੀ ਗਿਣਤੀ ਦੇ ਵਿੱਚ ਖੰਭੇ ਵੀ ਡਿੱਗੇ ਆ। ਤੇ ਬਿਜਲੀ ਮਹਿਕਮੇ ਦੇ ਵੱਲੋਂ ਯਾਨੀ ਕਿ ਪਾਵਰਕਾਮ ਡਿਪਾਰਟਮੈਂਟ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ 72,000 ਦੇ ਕਰੀਬ ਪੂਰੇ ਪੰਜਾਬ ਦੇ ਵਿੱਚੋਂ ਸਾਨੂੰ ਬਿਜਲੀ ਖਰਾਬ ਹੋਣ ਦੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ। ਸਾਡੇ ਮੁਲਾਜ਼ਮ ਉਹਨਾਂ ਨੇ ਕਿਹਾ ਜੀ ਕਿ ਠੀਕ ਕਰ ਵੀ ਰਹੇ ਆ, ਬਹੁਤੀਆਂ ਥਾਵਾਂ ਤੇ ਬਿਜਲੀ ਠੀਕ ਵੀ ਹੋ ਗਈ ਹੈ। ਕਹਿਣ ਦਾ ਭਾਵ ਇਹ ਆ ਵੀ ਝੱਖੜ ਝੁੱਲਾ ਇੰਨਾ ਜ਼ਿਆਦਾ ਆਇਆ ਵੀ ਖੰਭੇ ਕਿੰਨੇ ਵੱਡੇ ਪੱਧਰ ਤੇ ਡਿੱਗੇ ਆ। ਤੇ ਦਿੱਲੀ ਦੇ ਬਾਰਡਰਾਂ ਦੇ ਉੱਤੇ ਵੀ ਕਿਸਾਨ ਬੜੇ ਪ੍ਰਭਾਵਿਤ ਹੋਏ। ਪਿਛਲੇ 48 ਘੰਟਿਆਂ ਦੇ ਵਿੱਚ ਜਿਹੜੀ ਸਾਂਝੇ ਮੋਰਚੇ ਦੀ ਸਟੇਜ ਆ ਸੰਯੁਕਤ ਮੋਰਚੇ ਦੀ ਸਿੰਘੂ ਬਾਰਡਰ ਵਾਲੀ, ਉਹਦਾ ਵੀ ਬੜਾ ਨੁਕਸਾਨ ਹੋਇਆ, ਪਰ ਉਹ ਫਿਰ ਠੀਕ ਕਰ ਲਈ ਗਈ ਹੈ। ਤੰਬੂ ਟੈਂਟ ਉੱਥੇ ਉੱਡੇ ਆ, ਉਹਦਾ ਵੀ ਹੁਣ ਸਾਰਾ ਕੁਝ ਠੀਕ ਦਾ ਪ੍ਰਬੰਧ ਕਰ ਲਿਆ ਗਿਆ। ਕਿਸਾਨ ਡਟੇ ਹੋਏ ਆ, ਡਟੇ ਹੋਏ ਲੋਕਾਂ ਨੂੰ ਸਲਾਮ ਕਰਨੀ ਬਣਦੀ ਹੈ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹਦੇ ਵੱਲ ਜਾਣ ਤੋਂ ਪਹਿਲਾਂ ਇੱਕ ਹੋਰ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨੀ ਬਣਦੀ ਹੈ। ਤੁਹਾਡਾ ਲੂ ਕੰਡਾ ਖੜਾ ਹੋ ਜਾਣਾ ਵੀ ਕੇਂਦਰ ਦੀ ਸਰਕਾਰ ਹੋਵੇ ਜਾਂ ਸੂਬਾਈ ਸਰਕਾਰਾਂ ਹੋਣ, ਉਹ ਕਿਵੇਂ ਮੁਕਰਦੀਆਂ, ਉਹ ਕਿਵੇਂ ਲੋਕਾਂ ਨੂੰ ਮਾਰਨ ਦੇ ਵਿੱਚ ਯਕੀਨ ਰੱਖਦੀਆਂ, ਪਹਿਲਾਂ ਵਡਿਆਉਂਦੀਆਂ ਕਿ ਤੁਸੀਂ ਇਸ ਸੰਕਟ ਦੀ ਘੜੀ ਦੇ ਵਿੱਚ ਮੂਹਰੇ ਆਓ ਤੇ ਜੇਕਰ ਕੋਈ ਸੰਕਟ ਪੈਦਾ ਹੁੰਦਾ ਤੇ ਤੁਹਾਡੇ ਪਰਿਵਾਰ ਦੇ ਲਈ ਅਸੀਂ ਖੜੇ ਹਾਂ। ਕੇਂਦਰ ਦੀ ਸਰਕਾਰ ਨੇ ਗੱਲ ਕਹੀ ਹੈ, ਪਿਛਲੇ ਸਾਲ ਵੀ ਐਤਕੀ ਦੂਜੀ ਲਹਿਰ ਦੇ ਵਿੱਚ ਵੀ ਕਰੋਨਾ ਦੇ ਮੌਕੇ ਗੱਲ ਵਾਰ-ਵਾਰ ਕਹੀ ਕਿ ਕਰੋਨਾ ਯੋਧਿਆਂ ਦਾ ਅਸੀਂ ਸਨਮਾਨ ਕਰਦੇ ਹਾਂ, ਕਰਨਾ ਵੀ ਚਾਹੀਦਾ। ਪਰ ਸਨਮਾਨ ਉਹਨਾਂ ਨੇ ਕਿੰਨਾ ਕੀਤਾ ਇਹਦਾ ਪਤਾ ਰਾਜਸਥਾਨ ਤੋਂ ਆਈ ਖਬਰ ਰਾਹੀਂ ਲੱਗ ਜਾਂਦਾ, ਕਿਉਂਕਿ ਰਾਜਸਥਾਨ ਦੇ ਵਿੱਚ ਕਰੋਨਾ ਦੇ ਮੌਕੇ ਡਿਊਟੀ ਕਰਦੇ 350 ਦੇ ਕਰੀਬ ਕਰਮਚਾਰੀ ਮੌਤ ਦੀ ਬੁੱਕਲ 'ਚ ਚਲੇ ਗਏ, ਯਾਨੀ ਕਿ ਕਰੋਨਾ ਪੀੜਤ ਹੋ ਗਏ ਤੇ ਉਹਨਾਂ ਦੀ ਮੌਤ ਹੋ ਗਈ। ਸਰਕਾਰ ਨੇ ਇਹ ਐਲਾਨ ਕੀਤਾ ਸੀ ਵੀ ਜੇਕਰ ਕਰੋਨਾ ਵਾਰੀਅਰ ਜਿਹਨੂੰ ਅਸੀਂ ਕਰੋਨਾ ਯੋਧੇ ਕਹਿੰਦੇ ਆ, ਡਿਊਟੀ ਦੇ ਮੌਕੇ ਇਸ ਸੰਕਟ ਦੇ ਮੌਕੇ ਡਿਊਟੀ ਕਰਦੇ ਜੇਕਰ ਮੌਤ ਦੀ ਬੁੱਕਲ 'ਚ ਚਲੇ ਜਾਂਦੇ ਆ, ਪਰਿਵਾਰਾਂ ਨੂੰ ਅਸੀਂ 50 ਲੱਖ ਰੁਪਈਆ ਦੇਵਾਂਗੇ। ਪਰ ਹੁਣ 50 ਲੱਖ ਰੁਪਈਆ ਜੇਬ ਦੇ ਵਿੱਚੋਂ ਕੱਢਣਾ, ਖਜ਼ਾਨੇ ਦੇ ਵਿੱਚੋਂ ਕੱਢਣਾ ਔਖਾ ਲੱਗਦਾ। 350 ਦੇ ਕਰੀਬ ਕਰੋਨਾ ਯੋਧਿਆਂ ਦੀ ਮੌਤ ਹੋਈ ਹੈ। ਉਹਦੇ ਵਿੱਚ ਪੁਲਿਸ ਕਰਮਚਾਰੀ ਵੀ ਹੈ, ਉਹਦੇ ਵਿੱਚ ਅਧਿਆਪਕ ਵੀ ਹੈ, ਉਹਦੇ ਵਿੱਚ ਬਿਜਲੀ ਮਹਿਕਮੇ ਦੇ ਕਰਮਚਾਰੀ ਵੀ ਹੈ, ਨਗਰ ਨਿਗਮ ਦੇ ਕਰਮਚਾਰੀ ਵੀ ਹੈ। ਉਹ ਤਨਦੇਹੀ ਨਾਲ ਡਿਊਟੀ ਕਰਦੇ ਰਹੇ, ਉਹਨਾਂ ਨੇ ਆਪਦੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ। ਉਹਨਾਂ ਨੇ ਲੋਕਾਂ ਨੂੰ ਬਚਾਉਣ ਦੇ ਲਈ, ਲੋਕਾਂ ਨੂੰ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਆਪਣੀ ਜ਼ਿੰਦਗੀ ਦਾਅ ਦੇ ਉੱਤੇ ਲਾਤੀ। ਜਦੋਂ ਉਹ ਮਰ ਗਏ ਤਾਂ ਸਰਕਾਰ ਮੁੱਕਰ ਗਈ। 350 ਦੇ ਕਰੀਬ ਕਰੋਨਾ ਯੋਧਿਆਂ ਦੀ ਮੌਤ ਹੋਈ ਹੈ ਤੇ ਸਿਰਫ 6 ਜਣਿਆਂ ਨੂੰ ਮੁਆਵਜ਼ਾ ਦਿੱਤਾ ਗਿਆ। ਬਾਕੀਆਂ ਦੇ ਡੈਥ ਸਰਟੀਫਿਕੇਟ ਦੇ ਉੱਤੇ ਅਵੱਲੀ ਗੱਲ ਲਿਖਤੀ ਹੈ। ਹੁਣ ਜੇਕਰ ਡੈਥ ਸਰਟੀਫਿਕੇਟ ਦੇ ਉੱਤੇ ਲਿਖਿਆ ਹੋਊਗਾ ਵੀ ਮੌਤ ਦਾ ਕਾਰਨ ਕਰੋਨਾ, ਤਾਂ ਮੁਆਵਜ਼ਾ ਮਿਲਦਾ। ਪਰ 350 ਦੇ ਵਿੱਚੋਂ 344 ਜਣਿਆਂ ਦੇ ਡੈਥ ਸਰਟੀਫਿਕੇਟ ਦੇ ਉੱਤੇ ਕਾਰਨ ਲਿਖ ਦਿੱਤਾ ਗਿਆ ਹਾਰਟ ਅਟੈਕ, ਸ਼ੂਗਰ ਤੇ ਹੋਰ ਬਿਮਾਰੀਆਂ। ਕਰੋਨਾ ਦਾ ਉਹਦੇ ਵਿੱਚ ਜ਼ਿਕਰ ਹੀ ਹੈ ਨਹੀਂਗਾ। ਤੇ ਇਹਦੇ ਵਿੱਚ ਇੱਕ ਸ਼ਰਤ ਕੀ ਸ਼ਾਮਿਲ ਕੀਤੀ ਗਈ ਹੈ, ਆਖੇ ਕਰੋਨਾ ਯੋਧਾ ਕੋਈ ਵੀ ਹੋਵੇ, ਕਰੋਨਾ ਵਾਰੀਅਰ ਕੋਈ ਵੀ ਹੋਵੇ, ਉਹਦੇ ਪਰਿਵਾਰ ਨੂੰ ਮੁਆਵਜ਼ਾ ਉਦੋਂ ਮਿਲੂਗਾ ਜਦੋਂ ਉਹ ਡਿਊਟੀ ਦੇ ਮੌਕੇ ਹੀ ਕਰੋਨਾ ਪੋਜ਼ਿਟਿਵ ਹੋਇਆ ਹੋਵੇ। ਯਾਨੀ ਕਿ 12 ਘੰਟੇ ਕੋਈ ਡਿਊਟੀ ਕਰਦਾ, ਕੋਈ 14 ਘੰਟੇ ਕਰਦਾ, ਕੋਈ 18 ਘੰਟੇ ਕਰਦਾ, ਕੋਈ 8 ਘੰਟੇ ਕਰਦਾ। ਇਹ ਬੰਦੇ ਨੂੰ ਹੁਣ ਕਿਵੇਂ ਪਤਾ ਲੱਗੂਗਾ ਵੀ ਭਾਈ ਮੈਂ ਤਾਂ ਇਸ ਵੇਲੇ 8:45 ਤੇ ਕਰੋਨਾ ਪੋਜ਼ਿਟਿਵ ਹੋਇਆ, ਮੈਂ ਜੀ ਡਿਊਟੀ ਦੇ ਉੱਤੇ ਸੀਗਾ 12 ਵਜੇ ਦੁਪਹਿਰੇ ਤੇ ਮੈਂ ਜੀ ਉਦੋਂ 12:01 ਦੇ ਉੱਤੇ ਕਰੋਨਾ ਪੋਜ਼ਿਟਿਵ ਹੋਇਆ। ਇਹ ਗੱਲ ਕਿਵੇਂ ਪਤਾ ਲੱਗੂ? ਬੰਦਾ ਡਿਊਟੀ ਤੋਂ ਬਾਅਦ ਘਰ ਜਾਊ, ਫਿਰ ਉਹਦੇ ਵੱਲੋਂ ਜਾ ਕੇ ਟੈਸਟ ਕਰਵਾਇਆ ਜਾਊ, ਫਿਰ ਟੈਸਟ ਦੇ ਰਾਹੀਂ ਪਤਾ ਲੱਗੂ ਕਿ ਇਹ ਕਰੋਨਾ ਪੋਜ਼ਿਟਿਵ ਹੋਇਆ ਤੇ ਕਰੋਨਾ ਪੋਜ਼ਿਟਿਵ ਡਿਊਟੀ ਦੇ ਮੌਕੇ ਹੀ ਹੋਇਆ। ਇਹਦਾ ਮਤਲਬ ਤਾਂ ਇਹ ਹੈ। ਪਰ ਇਹਦੇ ਵਿੱਚ ਇੱਕ ਮੱਦ ਸ਼ਾਮਿਲ ਕਰ ਲਈ ਗਈ ਕਿ ਜੀ ਇਸ ਗੱਲ ਦਾ ਸਬੂਤ ਦੇਣਾ ਪਊਗਾ ਵੀ ਤੁਸੀਂ ਡਿਊਟੀ ਦੇ ਉੱਤੇ ਸੀ ਉਸ ਵੇਲੇ ਜਦੋਂ ਤੁਸੀਂ ਕਰੋਨਾ ਪੋਜ਼ਿਟਿਵ ਹੋ ਗਏ ਆ। ਇਹ ਸਾਡੀਆਂ ਸਰਕਾਰਾਂ ਦੀ ਬੇਸ਼ਰਮੀ ਆ। ਇਹ ਸਾਡੀਆਂ ਸਰਕਾਰਾਂ ਦੇ ਵੱਲੋਂ ਲੋਕਾਂ ਦੀਆਂ ਭਾਵਨਾਵਾਂ ਦਾ ਕਤਲ ਕਰਨ ਵਾਲੀ ਗੱਲ ਹੈ। ਇਹ ਪੈਸੇ ਮੁੱਕਰਨ ਵਾਲੀ ਗੱਲ ਹੈ। ਬੁੱਤ ਬਣਾਉਣਾ ਹੋਵੇ ਭਾਵੇਂ ਅਰਬਾਂ ਰੁਪਈਆ ਲੱਗ ਜੇ, ਪਰ ਜੇਕਰ ਇੱਥੇ ਆਪਦੀ ਜ਼ਿੰਦਗੀ ਨੂੰ ਦਾਅ ਦੇ ਉੱਤੇ ਲਾ ਕੇ ਕੋਈ ਸੇਵਾ ਕਰਦਾ ਤੇ ਉਸ ਵਕਤ ਕੀਤਾ ਹੋਇਆ ਐਲਾਨ ਵੀ ਪੂਰਾ ਕਰਨ ਦੇ ਇੱਛੁਕ ਨਹੀਂ ਆ। 350 ਦੇ ਵਿੱਚੋਂ 344 ਦੇ ਡੈਥ ਸਰਟੀਫਿਕੇਟ ਦੇ ਉੱਤੇ ਲਿਖੀ ਇਹੋ ਜਿਹਾ ਕੁਝ ਦਿੱਤਾ ਗਿਆ ਵੀ ਕਿਤੇ 50-50 ਲੱਖ ਰੁਪਈਆ ਦੇਣਾ ਨਾ ਪੈ ਜੇ। ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਇਸ ਗੱਲ ਦੇ ਉੱਤੇ। ਇੱਕ ਹੋਰ ਵੱਡੀ ਖਬਰ ਆਈ ਹੈ, ਇਹ ਹੈਗੀ ਆ ਪਿੰਡ ਸਕਰੌਦੀ ਤੋਂ। ਭਵਾਨੀਗੜ੍ਹ ਦੇ ਵਿੱਚ ਪੰਜਾਬ ਦੇ ਵਿੱਚ ਪਿੰਡ ਪੈਂਦਾ। ਇੱਥੇ ਇੱਕ ਗ੍ਰੰਥੀ ਸਿੰਘ ਦੀ ਗਲਤੀ ਦੇ ਕਰਕੇ ਬਹੁਤ ਸਾਰੇ ਲੋਕ ਇਸ ਵਕਤ ਸੰਕਟ ਦੇ ਵਿੱਚ ਪਏ ਹੋਏ ਆ, ਕਿਉਂਕਿ ਇੱਥੋਂ ਦਾ ਇੱਕ ਕਿਸਾਨ ਆ ਜਿਹੜਾ ਪਿੰਡ ਦਾ ਕਰਮਜੀਤ ਸਿੰਘ ਗਰੇਵਾਲ, ਉਹ ਬਾਰਡਰ ਦੇ ਉੱਤੇ ਗਿਆ ਸੀ, ਉਹਦੀ ਮੌਤ ਹੋ ਗਈ, ਉਹ ਸ਼ਹੀਦ ਹੋ ਗਿਆ।
ਉਹਨੂੰ ਸਿਹਤ ਦੀ ਕੋਈ ਵੀ ਸਮੱਸਿਆ ਆਈ ਹੋ ਸਕਦੀ ਹੈ। ਪਰ ਜਦੋਂ ਇੱਥੇ ਉਹਦੀ ਅੰਤਮ ਅਰਦਾਸ ਹੋਈ ਹੈ ਪਿੰਡ ਦੇ ਵਿੱਚ, ਤਾਂ ਉੱਥੇ ਕੈਬਨਿਟ ਮੰਤਰੀ ਵੀ ਆਏ, 1-2 ਪੰਜਾਬ ਦੇ, ਉੱਥੇ ਕਈ ਕਿਸਾਨ ਆਗੂ ਵੀ ਪਹੁੰਚੇ, ਉੱਥੇ ਰਿਸ਼ਤੇਦਾਰ ਵੀ, ਦੋਸਤ ਮਿੱਤਰ ਵੀ ਪਹੁੰਚੇ ਹੋਣਗੇ। ਕੁਦਰਤੀ ਹੈ ਵੀ ਉੱਥੇ ਦਰਜਨਾਂ ਦੀ ਗਿਣਤੀ ਦੇ ਵਿੱਚ ਤਾਂ ਇਕੱਠ ਹੋਊਗਾ, ਸ਼ਾਇਦ ਸੈਂਕੜੇ ਦੇ ਵਿੱਚ ਵੀ ਹੋਵੇ, ਕੁਝ ਕਹਿ ਨਹੀਂ ਸਕਦੇ। ਪਰ ਜਿਹੜੇ ਗ੍ਰੰਥੀ ਸਿੰਘ ਦੇ ਵੱਲੋਂ ਉੱਥੇ ਦੇਗ ਵੰਡੀ ਗਈ ਹੈ, ਉਹ ਕਰੋਨਾ ਪੋਜ਼ਿਟਿਵ ਨਿਕਲਿਆ। ਉਹਨੂੰ ਬੁਖਾਰ ਸੀ, ਉਹਨੇ ਟੈਸਟ ਕਰਵਾਇਆ, ਰਿਪੋਰਟ ਆਉਂਦੀ ਹੈ ਤੀਜੇ ਦਿਨ। 1 ਤਰੀਕ ਨੂੰ ਅੰਤਮ ਅਰਦਾਸ ਸੀ ਤੇ ਉਹਦੇ ਵੱਲੋਂ ਦੇਗ ਵੰਡੀ ਗਈ, ਤੇ ਉਸ ਤੋਂ ਬਾਅਦ ਆਥੜ ਦੇ ਵੇਲੇ ਇਹ ਰਿਪੋਰਟ ਆਈ ਕਿ ਭਾਈ ਤੂੰ ਤਾਂ ਪੋਜ਼ਿਟਿਵ ਹੈ। ਹੁਣ ਉਹਨੂੰ ਆਈਸੋਲੇਸ਼ਨ ਦੇ ਵਿੱਚ ਭੇਜਿਆ ਗਿਆ। ਸਿਹਤ ਮਹਿਕਮੇ ਨੂੰ ਭਾਜੜ ਪਈ ਹੈ ਵੀ ਹੁਣ ਅਸੀਂ ਕਰੀਏ ਕੀ, ਤੇ ਪਤਾ ਇਹ ਲੱਗਾ ਕਿ ਹੁਣ ਉਹਨਾਂ ਲੋਕਾਂ ਦੇ ਵੀ ਟੈਸਟ ਕੀਤੇ ਜਾ ਰਹੇ ਆ ਜਿਹੜੇ ਲੋਕਾਂ ਨੇ ਉੱਥੋਂ ਦੇਗ ਲਈ ਸੀ, ਜਿਹੜੇ ਲੋਕ ਉਸ ਅੰਤਮ ਅਰਦਾਸ ਦੇ ਵਿੱਚ ਸ਼ਾਮਲ ਹੋਏ ਸੀ। ਸੋ ਇਹ ਗੱਲ ਸਾਂਝੀ ਕਰਨ ਦਾ ਮਤਲਬ ਇਹ ਹੈ ਕਿ ਜੇਕਰ ਕਿਸੇ ਨੂੰ ਵੀ ਬੁਖਾਰ ਚੜਿਆ ਅੱਜ, ਤੇ ਉਹਨੇ ਆਪਣੀ ਕਰੋਨਾ ਰਿਪੋਰਟ ਕਰਵਾਈ ਹੋਈ ਹੈ, ਟੈਸਟ ਕਰਵਾਇਆ ਹੋਇਆ, ਤੇ ਜਿੰਨਾ ਚਿਰ ਰਿਪੋਰਟ ਆਉਂਦੀ ਨਹੀਂ ਉਹ ਆਪਣੇ ਆਪ ਨੂੰ ਅੱਡ ਕਰਕੇ ਰੱਖੇ, ਨਾ ਕਿ ਉਹ ਜਨਤਕ ਸਮਾਗਮਾਂ ਦੇ ਵਿੱਚ ਜਾਵੇ, ਕਿਉਂਕਿ ਪਤਾ ਹੀ ਕੋਈ ਨਹੀਂ ਵੀ ਤੀਜੇ ਦਿਨ ਕੀ ਨਿਕਲਣਾ, ਨੈਗੇਟਿਵ ਨਿਕਲਣੀ ਹੈ ਕਿ ਪੋਜ਼ਿਟਿਵ ਨਿਕਲਣੀ ਆ। ਤੇ ਜੇ ਮੰਨ ਲਓ ਪੋਜ਼ਿਟਿਵ ਨਿਕਲੀ ਤਾਂ ਜਿੱਥੇ ਜਿੱਥੇ ਆਪਾਂ ਛਿੱਟਾ ਦੇ ਕੇ ਆਏ ਹਾਂ ਤੇ ਉੱਥੇ ਉੱਥੇ ਕੀ ਲੋਕਾਂ ਦਾ ਕਸੂਰ ਆ, ਸਵਾਲ ਇਹ ਵੀ ਹੈ। ਸੋ ਜੇਕਰ ਨੈਗੇਟਿਵ ਆ ਗਈ ਤਾਂ ਤੀਜੇ ਦਿਨ ਤੁਸੀਂ ਜੋ ਮਰਜ਼ੀ ਕਰੀ ਜਾਓ, ਫਿਰ ਤਾਂ ਕੋਈ ਸਮੱਸਿਆ ਹੀ ਨਹੀਂ। ਸੋ ਗਲਤੀਆਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ। ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਇਸ ਵਕਤ ਹਰਿਆਣੇ ਦੇ ਮੰਤਰੀ ਅਨਿਲ ਵਿਜ ਦੇ ਵੱਲੋਂ ਕਿਸਾਨਾਂ ਨੂੰ ਦਿੱਤੀ ਗਈ ਧਮਕੀ ਦੇ ਨਾਲ ਜੁੜੀ ਹੋਈ ਹੈ। ਕੱਲ੍ਹ ਅਸੀਂ ਖਬਰ ਸਾਂਝੀ ਕੀਤੀ ਸੀ ਕਿ ਬੀਜੇਪੀ ਤੇ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕਾਂ ਦਾ ਵਿਰੋਧ ਸਿਖਰ ਦੇ ਉੱਤੇ ਹੈ। ਜਨ ਨਾਇਕ ਜਨਤਾ ਪਾਰਟੀ ਦਾ ਇੱਕ ਵਿਧਾਇਕ ਹੈਗਾ, ਟੋਹਾਣਾ ਦੇ ਵੱਲ ਗਿਆ ਸੀ ਹਸਪਤਾਲ ਦੇ ਵਿੱਚ ਕਿਸੇ ਸਮਾਗਮ ਦੇ ਲਈ। ਉੱਥੇ ਕਿਸਾਨਾਂ ਦੇ ਵੱਲੋਂ ਬਹੁਤ ਵੱਡੇ ਪੱਧਰ ਤੇ ਵਿਰੋਧ ਕੀਤਾ ਗਿਆ ਦਵਿੰਦਰ ਬਬਲੀ ਦਾ, ਤੇ ਉਹਦੇ ਵੱਲੋਂ ਭੈਣਾਂ ਦੀਆਂ ਗਾਲਾਂ ਕੱਢੀਆਂ ਗਈਆਂ ਸੀ। ਉੱਥੇ ਆਪਾਂ ਖਬਰ 'ਚ ਇਹ ਸਾਰੀ ਗੱਲ ਸਾਂਝੀ ਕੀਤੀ। ਪਰ ਹੁਣ ਅਨਿਲ ਵਿਜ ਦੇ ਵੱਲੋਂ ਧਮਕੀ ਦਿੱਤੀ ਗਈ ਹੈ ਕਿ ਜੇਕਰ ਆਹ ਕੁਝ ਕਰੋਗੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਜੇ ਤੁਸੀਂ ਚਾਹੁੰਦੇ ਹੋ ਵੀ ਸਭ ਕੁਝ ਠੀਕ ਰਵੇ ਤਾਂ 200 ਮੀਟਰ ਦੂਰ ਖੜ ਕੇ ਪ੍ਰਦਰਸ਼ਨ ਕਰਨਾ, ਆਪਦਾ ਝੰਡਾ ਲਈ ਰੱਖੋ, ਆਪਦਾ ਡੰਡਾ ਲਈ ਰੱਖੋ, ਸਾਨੂੰ ਕੋਈ ਪਰਵਾਹ ਨਹੀਂ ਗੀ। ਪਰ ਜੇਕਰ ਨੇੜੇ ਆਏ ਤਾਂ ਹਿਸਾਬ ਲਾ ਲਓ, ਇਹ ਗੱਲਾਂ ਉਚਿਤ ਨਹੀਂ, ਇਹ ਗੱਲਾਂ ਬਰਦਾਸ਼ਤਯੋਗ ਨਹੀਂ। ਤੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਜੇਕਰ ਆਹ ਗੱਲ ਆ ਤੇ ਫਿਰ ਅਸੀਂ ਵੀ ਇਉਂ ਹੀ ਚੱਲਦੇ ਹਾਂ। ਕਿਸਾਨਾਂ ਨੇ ਇਹ ਗੱਲ ਕਹੀ ਹੈ ਵੀ ਤੁਹਾਨੂੰ ਸਾਡਾ ਤਾਂ ਫਿਕਰ ਕੋਈ ਨਹੀਂ, ਤੁਹਾਨੂੰ ਇਸ ਗੱਲ ਦਾ ਫਿਕਰ ਆ ਵੀ ਤੁਹਾਡੇ ਵਿਧਾਇਕ ਦੀ ਗੱਡੀ ਨੂੰ ਘੇਰਾ ਕਿਉਂ ਪਾ ਲਿਆ, ਪਰ ਤੁਸੀਂ ਆਪ ਕਿੰਨੇ ਕੁ ਚੰਗੇ ਆ ਪਹਿਲਾਂ ਇਹਦਾ ਉੱਤਰ ਦਿਓ। ਤੁਸੀਂ ਮੰਗਾਂ ਕਿੰਨੀਆਂ ਕੁ ਪ੍ਰਵਾਨ ਕਰਦੇ ਪਹਿਲਾਂ ਇਹਦਾ ਉੱਤਰ ਦਿਓ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਬੀਜੇਪੀ ਦੇ ਨੇਤਾਵਾਂ ਤੇ ਕਿਸਾਨਾਂ ਦਰਮਿਆਨ ਟਕਰਾਅ ਲਗਾਤਾਰ ਵੱਧਦਾ ਜਾ ਰਿਹਾ। ਹਰਿਆਣਾ ਦੇ ਗ੍ਰਹਿ ਵਿਭਾਗ ਦੇ ਮੰਤਰੀ ਨੇ ਕਿਸਾਨਾਂ ਨੂੰ ਕਾਨੂੰਨ ਹੱਥ ਦੇ ਵਿੱਚ ਨਾ ਲੈਣ ਦੀ ਸਲਾਹ ਦਿੱਤੀ ਹੈ। ਅਨਿਲ ਵਿਜ ਨੇ ਸਰਕਾਰ ਤੇ ਕਿਸਾਨਾਂ ਦਰਮਿਆਨ ਲਗਾਤਾਰ ਵੱਧ ਰਹੇ ਟਕਰਾਅ ਦੇ ਉੱਤੇ ਕਿਸਾਨਾਂ ਨੂੰ ਚੇਤਾਵਨੀ ਦਿੱਤੀ। ਅਨਿਲ ਵਿਜ ਨੇ ਜਨ ਨਾਇਕ ਜਨਤਾ ਪਾਰਟੀ ਦੇ ਵਿਧਾਇਕ ਦਵਿੰਦਰ ਬਬਲੀ ਕੇਸ ਦੇ ਵਿੱਚ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਤੇ ਇਹ ਗੱਲ ਕਹੀ ਹੈ ਕਿ ਇਸ ਤਰ੍ਹਾਂ ਦਾ ਵਿਰੋਧ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਜ ਨੇ ਕਿਹਾ ਕਿ ਜੇਕਰ ਕਿਸਾਨ ਅੰਦੋਲਨ ਕਰਨਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਕਾਲੇ ਝੰਡੇ ਤੇ ਬੈਨਰ ਦਿਖਾਉਣੇ ਚਾਹੀਦੇ ਨੇ, ਪਰ 200 ਮੀਟਰ ਦੂਰ ਖੜ ਕੇ। ਦੱਸਣਾ ਬਣਦਾ ਕਿ ਦਵਿੰਦਰ ਬਬਲੀ ਦੇ ਸਖਤ ਵਿਰੋਧ ਦੇ ਉੱਤੇ ਅਨਿਲ ਵਿਜ ਨੇ ਸਖਤ ਲਹਿਜੇ ਵਿੱਚ ਪ੍ਰਤੀਕਿਰਿਆ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਨੂੰ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਨਾ ਜਾਣ ਦਿਓ, ਕਿਸੇ ਨੂੰ ਘਰ ਦੇ ਵਿੱਚ ਨਾ ਜਾਣ ਦਿਓ, ਕਿਸੇ ਨੂੰ ਹਸਪਤਾਲ ਦੇ ਵਿੱਚ ਨਾ ਜਾਣ ਦਿਓ। ਇਹ ਕਿਹੜਾ ਅੰਦੋਲਨ ਹੈ? ਇਹਦੇ ਨਾਲ ਹੀ ਅਨਿਲ ਵਿਜ ਨੇ ਕਿਹਾ ਕਿ ਕੱਲ੍ਹ ਵਾਪਰੀ ਘਟਨਾ ਦੇ ਵਿੱਚ ਹਰ ਗੱਲ FIR ਦੇ ਵਿੱਚ ਦਰਜ ਹੈ। ਇਸ ਮਾਮਲੇ ਦੇ ਵਿੱਚ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਵਿਜ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਆਪਣੇ ਹੱਥ ਦੇ ਵਿੱਚ ਲੈਣ ਦੀ ਆਗਿਆ ਨਹੀਂ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਅਨਿਲ ਵਿਜ ਹੋਰਾਂ ਨੂੰ ਹੁਣ ਫਿਕਰ ਪਿਆ। ਉਹਨਾਂ ਦੀ ਫਿਕਰਬੰਦੀ ਨੂੰ ਅਸੀਂ ਸਮਝ ਸਕਦੇ ਹਾਂ, ਪਰ ਕੀ ਉਹਨਾਂ ਨੂੰ ਇਸ ਗੱਲ ਦਾ ਫਿਕਰ ਨਹੀਂ ਕਿ 400 ਤੋਂ ਵੱਧ ਕਿਸਾਨ ਬਾਰਡਰਾਂ ਦੇ ਉੱਤੇ ਬੈਠੇ ਸ਼ਹੀਦ ਹੋ ਗਏ ਆ। ਉਹਨਾਂ ਦੇ ਟੱਬਰਾਂ ਦੀ ਵੀ ਅਸੀਂ ਸਾਰ ਲੱਗੇ। ਜੇਕਰ ਆਪਣੀ ਪਾਰਟੀ ਦੇ ਜਾਂ ਆਪਣੀ ਭਾਈਵਾਲ ਪਾਰਟੀ ਦੇ ਵਿਧਾਇਕ ਨੂੰ ਘੇਰਾ ਪੈ ਗਿਆ ਤਾਂ ਉਸ ਵਕਤ ਉਹਨਾਂ ਨੂੰ ਬੜੀ ਫਿਕਰਮੰਦੀ ਆ, ਤੱਤੇ ਭਾਰੇ ਹੋਏ ਆ। ਪਰ ਜਦੋਂ ਹਰ ਰੋਜ਼ ਕਿਸਾਨਾਂ ਦੇ ਉੱਤੇ ਡਾਂਗਾਂ ਵਰਦੀਆਂ, ਜਦੋਂ ਹਰ ਰੋਜ਼ ਉਹਨਾਂ ਨੂੰ ਅੱਤਵਾਦੀ ਕਿਹਾ ਜਾਂਦਾ, ਜਦੋਂ ਪ੍ਰਧਾਨ ਮੰਤਰੀ ਸਾਹਿਬ ਖੁਦ ਅੰਦੋਲਨ ਜੀ ਵੀ ਕਹਿੰਦੇ ਆ, ਇਹ ਉਹੀ ਕਿਸਾਨ ਆ ਜਿਨ੍ਹਾਂ ਨੇ ਖੱਟੜ ਸਰਕਾਰ ਨੂੰ ਵੋਟਾਂ ਪਾ ਕੇ ਇੱਥੋਂ ਤੱਕ ਪਹੁੰਚਾਇਆ, ਤੇ ਇਹ ਉਹੀ ਕਿਸਾਨ ਆ ਜਿਨ੍ਹਾਂ ਦੀ ਲੋੜ ਹੁਣ ਪੱਛਮੀ ਬੰਗਾਲ ਦੇ ਵਿੱਚ ਵੀ ਪਈ ਸੀ, ਤੇ ਜਿਨ੍ਹਾਂ ਦੀ ਲੋੜ ਹੁਣ ਯੂਪੀ ਦੇ ਵਿੱਚ ਤੇ ਉੱਤਰਾਖੰਡ ਦੇ ਵਿੱਚ, ਪੰਜਾਬ ਦੇ ਵਿੱਚ ਹਰ ਥਾਂ ਤੇ ਪੈਣੀ ਆ ਜਿੱਥੇ ਜਿੱਥੇ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ। ਸੋ ਅਨਿਲ ਵਿਜ ਦੇ ਵੱਲੋਂ ਹਰਖ ਜ਼ਾਹਰ ਕਰਨਾ ਇਹ ਬਿਲਕੁਲ ਬੇਤੁਕਾ। ਉਹਨਾਂ ਨੂੰ ਇਹ ਚਾਹੀਦਾ ਕਿ ਅਸੀਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਉਹ ਗੱਲਬਾਤ ਦੇ ਲਈ ਵਕਤ ਕੱਢਣ, ਜਿਵੇਂ ਕਿ ਸੰਯੁਕਤ ਕਿਸਾਨ ਮੋਰਚੇ ਦੀ ਚਿੱਠੀ ਲਿਖੀ ਹੋਈ ਹੈ। ਮੈਂ ਹੈਰਾਨ ਰਹਿ ਗਿਆ, ਬੀਜੇਪੀ ਦੀ ਇੱਕ ਹਰਿਆਣੇ ਦੀ ਹੋਰ ਆਗੂ ਹੈਗੀ ਸੀਨੀਅਰ ਬਬੀਤਾ ਫੋਗਾਟ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਦੋਂ ਮੈਂ ਮੈਡਲ ਲੈ ਕੇ ਆਉਂਦੀ ਹੁੰਦੀ ਸੀ ਉਦੋਂ ਸਾਰੇ ਤਾੜੀਆਂ ਮਾਰਦੇ ਸੀ, ਤੇ ਹੁਣ ਜੇਕਰ ਮੈਂ ਬਾਹਰ ਨਿਕਲਦੀ ਹਾਂ ਤਾਂ ਵਿਰੋਧ ਕੀਤਾ ਜਾਂਦਾ। ਇਹ ਕਿਹੜਾ ਅੰਦੋਲਨ ਆ? ਸਾਡੇ ਸੰਸਕਾਰ ਮੁੱਕ ਗਏ ਆ। ਬੀਬੀ ਜੀ ਨੂੰ ਇਹ ਗੱਲ ਕਹਿਣੀ ਬਣਦੀ ਹੈ, ਜਦੋਂ ਤੁਸੀਂ ਮੈਡਲ ਲੈ ਕੇ ਆਉਂਦੇ ਸੀ ਉਦੋਂ ਪੂਰੇ ਦੇਸ਼ ਦਾ ਮੈਡਲ ਸੀ, ਉਹ ਪੂਰੇ ਦੇਸ਼ ਨੂੰ ਤੁਹਾਡੇ ਤੇ ਮਾਣ ਹੁੰਦਾ ਸੀ। ਅੱਜ ਉਸੇ ਦੇਸ਼ ਦੇ ਕਿਸਾਨ
ਜਦੋਂ ਸੰਕਟ ਦੇ ਵਿੱਚ ਪਏ ਹੋਏ ਆ ਤੇ ਤੁਹਾਡੀ ਪਾਰਟੀ ਦੇ ਕਰਕੇ ਪਾਏ ਹੋਏ ਆ। ਇਸ ਕਰਕੇ ਕਿਸਾਨ ਸੰਕੇਤਕ ਤੌਰ ਦੇ ਉੱਤੇ ਤੁਹਾਨੂੰ ਘੇਰਾ ਪਾਉਂਦੇ ਆ। ਕਿਸੇ ਨੇ ਤੁਹਾਡੇ ਨਾਲ ਵੱਟ ਬੰਨੇ ਦਾ ਰੌਲਾ ਨਹੀਂਗਾ, ਕਿਸੇ ਦਾ ਤੁਹਾਡੇ ਨਾਲ ਕੋਈ ਜ਼ਮੀਨ ਦਾ ਰੌਲਾ ਨਹੀਂਗਾ। ਲੋਕ ਇਹ ਚਾਹੁੰਦੇ ਆ, ਕਿਸਾਨ ਇਹ ਚਾਹੁੰਦੇ ਆ ਵੀ ਤੁਹਾਨੂੰ ਇੰਨਾ ਕੁ ਸੇਕ ਲੱਗੇ ਵੀ ਤੁਸੀਂ ਤਾਂ ਤੱਕ ਗੱਲ ਪਹੁੰਚਾਓ। ਤੇ ਤੁਸੀਂ ਜੇਕਰ ਗੱਲ ਵੈਸੇ ਹੀ ਪਹੁੰਚਾ ਦਿਓ, ਤੁਸੀਂ ਇਹ ਗੱਲ ਕਹੋ ਵੀ ਕਿਸਾਨ ਆਪਣੀ ਥਾਂ ਦੇ ਉੱਤੇ ਠੀਕ ਹੈ, ਤਾਂ ਮਸਲਾ ਹੁਣ ਤੱਕ ਹੱਲ ਹੋ ਜਾਣਾ ਸੀ। ਕਹਿਣ ਦਾ ਭਾਵ ਇਹ ਹੈ ਕਿ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਜਿੱਥੇ ਕਿਸਾਨ ਅੰਦੋਲਨ ਚੱਲਦਾ ਹੈ, ਇਹ ਲਗਾਤਾਰ ਹੋਰ ਤਿੱਖਾ ਹੋਈ ਜਾਂਦਾ ਹੈ ਤੇ ਬੀਜੇਪੀ ਤੇ ਉਹਨਾਂ ਦੀਆਂ ਹਮਖਿਆਲ ਪਾਰਟੀਆਂ ਜਿਹੜੀਆਂ, ਉਹਨਾਂ ਨੂੰ ਲਗਾਤਾਰ ਮੁੜਕਾ ਆ ਰਿਹਾ ਵੀ ਆਉਂਦੇ ਸਮੇਂ ਦੇ ਵਿੱਚ ਸਾਡਾ ਹੋਰ ਕੀ ਬਣੂਗਾ। ਦੁਨੀਆ ਭਰ ਦੇ ਵਿੱਚ ਜਦੋਂ ਕੋਈ ਵੀ ਸੰਕਟ ਪੈਦਾ ਹੁੰਦਾ, ਉੱਥੋਂ ਦੀਆਂ ਸਰਕਾਰਾਂ ਆਮ ਲੋਕਾਂ ਦੀ ਬਾਂਹ ਫੜਦੀਆਂ। ਉਹ ਲੋਕ ਜਿਹੜੇ ਕਿ ਟੈਕਸ ਪੇਅਰ ਆ, ਜਿਹੜੇ ਟੈਕਸ ਦਿੰਦੇ ਆਪਣੇ ਕੰਮਾਂ ਦੇ ਵਿੱਚੋਂ, ਆਪਣੀ ਆਮਦਨ ਦੇ ਵਿੱਚੋਂ, ਜਿਹੜੇ ਉਸ ਦੇਸ਼ ਦਾ ਨਕਸ਼ ਸਵਾਰਨ ਦੇ ਵਿੱਚ ਕੰਮ ਕਰਦੇ ਆ, ਉਹਦੇ ਨਕਸ਼ ਨੂੰ ਹੋਰ ਵੀ ਉਭਾਰਦੇ ਆ ਵੀ ਭਾਈ ਇਸ ਦੇਸ਼ ਵਰਗਾ ਹੈ ਕੋਈ ਨਹੀਂ। ਅਸੀਂ ਵੀ ਆਪਦੇ ਭਾਰਤ ਦੇਸ਼ ਦੇ ਉੱਤੇ ਮਾਣ ਕਰਦੇ ਆ, ਸਾਡੇ ਭਾਰਤ ਵਰਗਾ ਹੈ ਕੋਈ ਨਹੀਂ। ਅਸੀਂ ਵੀ ਇਹ ਗੱਲ ਕਹਿੰਦੇ ਆ। ਕੀ ਹੋਇਆ? ਪ੍ਰਬੰਧਕ ਮਾੜੇ ਆ, ਸਰਕਾਰਾਂ ਮਾੜੀਆਂ ਨਿਕਲਦੀਆਂ, ਪਰ ਭਾਰਤ ਦਾ ਤਾਂ ਕੋਈ ਕਸੂਰ ਨਹੀਂ। ਸਰਕਾਰ ਕਿਸੇ ਵੀ ਪਾਰਟੀ ਦੀ ਹੋ ਸਕਦੀ ਹੈ, ਪਰ ਗੱਲ ਇਹ ਹੈ ਵੀ ਬਾਹਰਲੇ ਦੇਸ਼ਾਂ ਦੇ ਵਿੱਚ ਜਦੋਂ ਸੰਕਟ ਪੈਦਾ ਹੁੰਦਾ, ਸਰਕਾਰਾਂ ਕੁਝ ਦਿੰਦੀਆਂ ਲੋਕਾਂ ਨੂੰ। ਭਾਰਤ ਦੇ ਵਿੱਚ ਜਦੋਂ ਸੰਕਟ ਪੈਦਾ ਹੁੰਦਾ, ਸਰਕਾਰਾਂ ਲੈਂਦੀਆਂ ਲੋਕਾਂ ਤੋਂ, ਕਦੇ PM ਕੇਅਰ ਫੰਡ, ਕਦੇ CM ਕੇਅਰ ਫੰਡ। ਮੈਂ ਕੁਝ ਸਤਰਾਂ ਪੜ੍ਹੀਆਂ ਸੀ ਕੁਝ ਦਿਨ ਪਹਿਲਾਂ, ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਭਾਰਤ ਉਹ ਗਰੀਬ ਦੇਸ਼ ਹੈ ਜਿੱਥੋਂ ਦਾ ਹਰ ਮੰਤਰੀ ਕਰੋੜਪਤੀ ਹੈ, ਪਰ ਜਦੋਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ, ਲੋਕਾਂ ਤੋਂ ਦਾਨ ਮੰਗਿਆ ਜਾਂਦਾ ਝੋਲੀਆਂ ਅੱਡ ਕੇ ਵੀ ਕੁਝ ਨਾ ਕੁਝ ਦਿਓ। ਤੇ ਜਿਹੜੇ ਪਹਿਲਾਂ ਪੈਸੇ ਹੁੰਦੇ ਆ ਖਜ਼ਾਨਿਆਂ ਵਿੱਚ ਪਏ, ਉਹਦੇ ਨਾਲ ਬੁੱਤ ਬਣਦੇ ਆ, ਉਹਦੇ ਨਾਲ ਜਹਾਜ਼ ਆਉਂਦੇ ਆ, ਉਹਦੇ ਨਾਲ ਡੀਂਗਾਂ ਮਾਰੀਆਂ ਜਾਂਦੀਆਂ, ਉਹਦੇ ਨਾਲ ਆਪਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ, ਅੱਖਾਂ ਦਿਖਾਉਣ ਦਾ ਕੰਮ ਕੀਤਾ ਜਾਂਦਾ। ਇਹ ਗੱਲ ਕਹੀ ਜਾਂਦੀ ਹੈ ਕਿ ਦੁਸ਼ਮਣਾਂ ਦੇ ਦੰਦ ਖੱਟੇ ਕਰ ਦਿਆਂਗੇ, ਆਪਦੇ ਲੋਕਾਂ ਨੂੰ ਭਾਵੇਂ ਰੋਟੀ ਨਾ ਮਿਲੇ, ਪਰ ਦੁਸ਼ਮਣ ਦੇ ਦੰਦ ਅਸੀਂ ਜ਼ਰੂਰ ਖੱਟੇ ਕਰਨੇ ਆ। ਹੁਣ ਜਿਹੜੀ ਰਿਪੋਰਟ ਆਈ ਆ ਉਹ ਇਹ ਦੱਸਦੀ ਹੈ ਕਿ 15 ਮਹੀਨੇ ਦੇ ਵਿੱਚ, ਕਿਉਂਕਿ ਲਗਭਗ 15 ਮਹੀਨੇ ਹੋ ਗਏ ਭਾਰਤ ਦੇ ਵਿੱਚ ਕਰੋਨਾ ਮਹਾਮਾਰੀ ਆਇਆ, ਇਹਨਾਂ 15 ਮਹੀਨਿਆਂ ਦੇ ਵਿੱਚ 23 ਰੁਪਏ ਲੀਟਰ ਪੈਟਰੋਲ ਦੀ ਕੀਮਤ 'ਚ ਵਾਧਾ ਹੋ ਗਿਆ। ਲੋਕਾਂ ਦੇ ਕਾਰੋਬਾਰ ਛੁੱਟ ਗਏ, ਲੋਕਾਂ ਦੇ ਵਿੱਚ ਗਰੀਬੀ ਵੱਧ ਗਈ। ਇਸ ਵਕਤ ਗਰੀਬੀ ਰੇਖਾ ਸਿਖਰ ਦੇ ਉੱਤੇ ਪਹੁੰਚੀ ਹੋਈ ਆ ਭਾਰਤ ਦੇ ਅੰਦਰ। ਇਸੇ ਦੂਜੀ ਲਹਿਰ ਦੇ ਵਿੱਚ, ਕਰੋਨਾ ਦੀ ਦੂਜੀ ਲਹਿਰ ਦੇ ਵਿੱਚ 1 ਕਰੋੜ ਤੋਂ ਵੱਧ ਲੋਕ ਆ ਜਿਹੜੇ ਉਹ ਨੌਕਰੀ ਤੋਂ ਸੱਖਣੇ ਹੋ ਗਏ ਆ। ਗਰੀਬੀ ਰੇਖਾ ਵਧੀ ਆ। ਆਮਦਨ ਜਿਹੜੀ ਉਹ ਲਗਭਗ 97% ਲੋਕਾਂ ਦੀ ਘਟੀ ਆ, ਭਾਵੇਂ ਘੱਟ ਘਟੀ ਆ, ਭਾਵੇਂ ਵੱਧ ਘਟੀ ਆ, ਪਰ ਇਸ ਦੇ ਬਾਵਜੂਦ ਸਰਕਾਰ ਨੇ ਕੁਝ ਸਾਰ ਥੋੜ੍ਹੀ ਲਈ ਆ। ਤੇਲ ਕੰਪਨੀਆਂ ਨੇ ਥੋੜ੍ਹੀ ਸੋਚਿਆ ਵੀ ਭਾਈ ਜਦੋਂ ਹੁਣ ਲੋਕਾਂ ਦੀ ਆਮਦਨ ਘਟ ਗਈ ਆ, ਕਾਰੋਬਾਰ ਬੰਦ ਹੋ ਗਿਆ, ਸਭ ਕੁਝ ਬੰਦ ਹੋਇਆ ਪਿਆ, ਤਾਂ ਫਿਰ ਅਸੀਂ ਪੈਟਰੋਲ ਦੀ, ਡੀਜ਼ਲ ਦੀ ਕੀਮਤ ਦੇ ਵਿੱਚ ਵਾਧਾ ਕਿਉਂ ਕਰਦੇ ਆ। 15 ਮਹੀਨੇ ਦੇ ਵਿੱਚ 23 ਰੁਪਏ ਲੀਟਰ ਪੈਟਰੋਲ ਦੀ ਕੀਮਤ 'ਚ ਵਾਧਾ ਹੋ ਗਿਆ, ਪਰ ਹਾਲੇ ਅੱਛੇ ਦਿਨ ਆने ਵਾਲੇ ਹੈ। ਇਹ ਨਹੀਂ ਪਤਾ ਵੀ ਜਿੱਥੇ 103 ਰੁਪਏ ਲੀਟਰ ਪੈਟਰੋਲ ਆ, ਉੱਥੇ 110 ਕਦੋਂ ਹੋ ਜੇ। ਤੇ ਜਿਹੜਾ ਇੱਕ ਅੱਖ ਬੰਦ ਕਰਕੇ ਗੱਲ ਕਹਿਣਾ ਹੁੰਦਾ ਸੀ ਕਿ ਜੀ ਜੇਕਰ ਚੰਗੀ ਸਰਕਾਰ ਆ ਜੇ ਤਾਂ 30 ਤੋਂ ਲੈ ਕੇ 35 ਰੁਪਏ ਲੀਟਰ ਵੀ ਪੈਟਰੋਲ ਮਿਲ ਸਕਦਾ। ਅੱਜ ਕੱਲ੍ਹ ਜਨਾਬ ਜੀ ਡਰਾਮੇਬਾਜ਼ੀ ਇਹ ਕਰਦੇ ਆ ਕਿ ਪੈਟਰੋਲ ਦੀ ਕੀਮਤ ਘੱਟ ਹੋ ਸਕਦੀ ਹੈ, ਸੂਬਾਈ ਸਰਕਾਰਾਂ ਨੂੰ ਟੈਕਸ ਘਟਾ ਦੇਣਾ ਚਾਹੀਦਾ, ਆਪਦੀ ਸਰਕਾਰ ਦੇ ਬਾਰੇ ਕੁਝ ਨਹੀਂ ਬੋਲਣਾਗਾ। ਜਦੋਂ ਵੀ ਲੋਕ ਰੌਲਾ ਪਾਉਂਦੇ ਆ, ਵਿਰੋਧੀ ਪਾਰਟੀਆਂ ਕੁਝ ਕਹਿਣਗੀਆਂ, ਹੈ ਤਾਂ ਵਿਰੋਧੀ ਪਾਰਟੀਆਂ ਨਾਂ ਦੀਆਂ ਹੀ, ਪਰ ਜਦੋਂ ਵੀ ਮਾੜਾ ਮੋਟਾ ਰੌਲਾ ਪਾਉਂਦੀਆਂ ਤਾਂ ਕੇਂਦਰ ਦੇ ਮੰਤਰੀਆਂ ਵੱਲੋਂ ਉੱਤਰ ਦਿੱਤਾ ਜਾਂਦਾ ਕਿ ਜੀ ਸਾਡੇ ਹੱਥ ਦੇ ਵਿੱਚ ਇਹ ਤੇਲ ਦੀਆਂ ਕੀਮਤਾਂ ਨਹੀਂ ਆ, ਇਹ ਤਾਂ ਜੀ ਨਿੱਜੀ ਕੰਪਨੀਆਂ, ਇਹ ਕੰਪਨੀਆਂ ਨੇ ਆਪਦੀ ਮਰਜ਼ੀ ਮੁਤਾਬਕ ਅੰਤਰਰਾਸ਼ਟਰੀ ਬਾਜ਼ਾਰ ਦੇ ਮੁਤਾਬਕ ਤੇਲ ਦੀ ਕੀਮਤ ਤੈਅ ਕਰਨੀ ਆ। ਪਰ ਹੁਣ ਇੱਕ ਨਵਾਂ ਸਵਾਲ ਆ, ਜਦੋਂ 5 ਸੂਬਿਆਂ ਦੇ ਵਿੱਚ ਪਿਛਲੇ ਮਹੀਨੇ ਦੇ ਵਿੱਚ ਚੋਣਾਂ ਹੋਈਆਂ ਸੀ ਤੇ ਉਸ ਵਕਤ ਕਿਹੜੀ ਗੱਲੋਂ ਭਾਈ ਇਹ ਤੇਲ ਦੀਆਂ ਕੀਮਤਾਂ ਕਾਬੂ 'ਚ ਆ ਗਈਆਂ। 1 ਮਹੀਨਾ ਪੈਟਰੋਲ ਡੀਜ਼ਲ ਦੀ ਕੀਮਤ ਦੇ ਵਿੱਚ ਰੁਪਈਆ ਵਾਧਾ ਨਹੀਂ ਹੋਇਆ, 50 ਪੈਸੇ ਵਾਧਾ ਨਹੀਂ ਹੋਇਆ, ਤੇ ਜਦੋਂ ਨਤੀਜੇ ਆ ਗਏ ਤੇ ਨਾਲ ਦੀ ਨਾਲ ਫੇਰ ਵਾਧਾ ਹੋਣਾ ਸ਼ੁਰੂ ਹੋ ਗਿਆ। ਮਤਲਬ ਇਹ ਆ ਵੀ ਤੇਲ ਕੰਪਨੀਆਂ ਤੁਹਾਡੇ ਹੱਥ ਦੇ ਵਿੱਚ ਹੈ। ਜੇਕਰ 1 ਮਹੀਨਾ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵਧਣ ਤੋਂ ਰੁਕ ਸਕਦੀਆਂ ਤਾਂ ਇਹ ਪੂਰਾ ਸਾਲ ਵੀ ਰੁਕ ਸਕਦੀਆਂ, ਇਹ 5 ਸਾਲ ਵੀ ਰੁਕ ਸਕਦੀਆਂ। ਮਤਲਬ ਇਹ ਆ ਵੀ ਇੱਥੇ ਵੀ ਆਪ ਜੀ ਡਰਾਮੇਬਾਜ਼ ਹੋ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਭਾਰਤ ਦੇ ਵਿੱਚ ਕੋਰੋਨਾ ਵਾਇਰਸ ਦਾ ਪ੍ਰਭਾਵ ਪਿਛਲੇ ਸਾਲ ਦੀ ਸ਼ੁਰੂਆਤ ਤੋਂ ਦਿਖਾਈ ਦੇਣ ਲੱਗਾ ਸੀ। ਵਾਇਰਸ ਫੈਲਣ ਤੋਂ ਰੋਕਣ ਦੇ ਲਈ ਸਰਕਾਰ ਨੇ 25 ਮਾਰਚ ਨੂੰ ਦੇਸ਼ ਭਰ ਦੇ ਵਿੱਚ ਮੁਕੰਮਲ ਤਾਲਾਬੰਦੀ ਦਾ ਫੈਸਲਾ ਕੀਤਾ। ਤਾਲਾਬੰਦੀ ਤੋਂ ਬਾਅਦ ਪੂਰੇ 14 ਮਹੀਨੇ ਲੰਘ ਗਏ। ਇਹਨਾਂ 14 ਮਹੀਨਿਆਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਬਦਲੀਆਂ। ਜਿੱਥੇ ਕੋਰੋਨਾ ਦੀ ਲਾਗ ਦੀ ਇੱਕ ਹੋਰ ਲਹਿਰ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ, ਦੂਜੇ ਪਾਸੇ ਮਹਿੰਗਾਈ ਨੇ ਆਮ ਬੰਦੇ ਦਾ ਲੱਕ ਤੋੜ ਦਿੱਤਾ। ਪੈਟਰੋਲ ਤੇ ਡੀਜ਼ਲ ਦੇ ਰੇਟਾਂ ਦੀ ਗੱਲ ਕਰੀਏ ਤਾਂ 15 ਮਹੀਨੇ ਦੇ ਵਿੱਚ ਪੈਟਰੋਲ 23 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਇਸੇ ਤਰ੍ਹਾਂ ਖਾਣ ਵਾਲੇ ਤੇਲ ਦੀ ਕੀਮਤ ਦੇ ਵਿੱਚ ਵੀ ਭਾਰੀ ਵਾਧਾ ਹੋਇਆ। 2 ਮਾਰਚ 2020 ਨੂੰ ਪੈਟਰੋਲ ਦੀ ਕੀਮਤ 71 ਰੁਪਏ 49 ਪੈਸੇ ਸੀ ਤੇ ਡੀਜ਼ਲ ਦੀ ਕੀਮਤ 64 ਰੁਪਏ ਤੇ 10 ਪੈਸੇ ਪ੍ਰਤੀ ਲੀਟਰ ਸੀ। ਅੰਕੜੇ ਦਰਸਾਉਂਦੇ ਨੇ ਕਿ ਕੇਂਦਰ ਸਰਕਾਰ ਰਾਜਾਂ ਨਾਲੋਂ ਪੈਟਰੋਲ ਦੇ ਉੱਤੇ ਵੱਧ ਟੈਕਸ ਵਸੂਲ ਕਰ ਰਹੀ ਹੈ। ਔਸਤਨ ਵੇਖੀਏ ਤਾਂ ਸੂਬਾਈ ਸਰਕਾਰਾਂ ਲਗਭਗ ਪ੍ਰਤੀ ਲੀਟਰ ਪੈਟਰੋਲ ਦੇ ਉੱਤੇ 20 ਰੁਪਏ ਟੈਕਸ ਵਸੂਲ ਕਰ ਰਹੀਆਂ ਨੇ, ਜਦਕਿ ਕੇਂਦਰ ਸਰਕਾਰ ਤਕਰੀਬਨ 33 ਰੁਪਏ ਪ੍ਰਤੀ ਲੀਟਰ ਪੈਸੇ ਵਸੂਲ ਰਹੀ ਹੈ। ਰਾਜ ਸਰਕਾਰਾਂ ਦੁਆਰਾ
ਪੈਟਰੋਲ ਤੇ ਡੀਜ਼ਲ ਦੇ ਉੱਤੇ ਲਾਇਆ ਗਿਆ ਵਿਕਰੀ ਟੈਕਸ ਜਾਂ ਵੈਟ ਹਰ ਸੂਬੇ ਤੋਂ ਵੱਖੋ ਵੱਖਰੇ ਹੁੰਦੇ ਨੇ। ਦੱਸਣਾ ਬਣਦਾ ਕਿ ਇਸ ਸਮੇਂ ਪ੍ਰਤੀ ਲੀਟਰ ਪੈਟਰੋਲ ਦੇ ਉੱਤੇ ਕੇਂਦਰ ਸਰਕਾਰ ਬੇਸਿਕ ਐਕਸਾਈਜ਼ ਸਰਚਾਰਜ, ਐਗਰੀ ਇੰਫਰਾਸੈਸ ਤੇ ਰੋਡ ਇੰਫਰਾਸੈਸ ਦੇ ਨਾਂ ਦੇ ਉੱਤੇ ਕੁੱਲ 32 ਰੁਪਏ ਤੇ 98 ਪੈਸੇ ਵਸੂਲ ਕਰ ਰਹੀ ਹੈ ਪ੍ਰਤੀ ਲੀਟਰ। ਡੀਜ਼ਲ ਦੇ ਲਈ ਇਹ 31 ਰੁਪਏ 83 ਪੈਸੇ ਪ੍ਰਤੀ ਲੀਟਰ ਹੈ। ਹੁਣ ਤੱਕ ਸਰਕਾਰ ਨੇ ਐਕਸਾਈਜ਼ ਡਿਊਟੀ 13 ਵਾਰ ਵਧਾਈ ਹੈ। ਪੈਟਰੋਲ ਤੇ ਡੀਜ਼ਲ ਦੇ ਉੱਤੇ ਆਖਰੀ ਸਰਚਾਰਜ ਮਈ 2020 ਦੇ ਵਿੱਚ ਪੈਟਰੋਲ ਤੇ 13 ਰੁਪਏ ਲੀਟਰ ਤੇ ਡੀਜ਼ਲ ਦੇ ਉੱਤੇ 16 ਰੁਪਏ ਪ੍ਰਤੀ ਲੀਟਰ ਵਧਾਇਆ ਗਿਆ ਸੀ। ਇਸ ਖਬਰ ਦੇ ਉੱਤੇ ਟਿੱਪਣੀ ਕਰਨ ਦੇ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਇਹ ਸਾਰੀ ਰਿਪੋਰਟ ਦੱਸਣ ਦੇ ਲਈ ਕਾਫੀ ਹੈ ਵੀ ਸਾਡੀਆਂ ਸੂਬਾਈ ਸਰਕਾਰਾਂ ਹੋਣ ਜਾਂ ਕੇਂਦਰ ਦੀ ਸਰਕਾਰ ਹੋਵੇ ਉਹ ਕਿੰਨੀ ਕੁ ਸੁਹਿਰਦ ਹੈ। ਮੈਂ ਉਹਨਾਂ ਲੋਕਾਂ ਨੂੰ ਜਿਹੜੇ ਕਿ ਵੋਟਾਂ ਪਾਉਂਦੇ ਅੱਖਾਂ ਬੰਦ ਕਰਕੇ, ਜਿਹੜੇ ਧਰਮ ਦੇ ਪਿੱਛੇ ਵੋਟਾਂ ਪਾਉਂਦੇ ਆ ਕਿ ਸਾਡਾ ਧਰਮ ਸਲਾਮਤ ਰਵੇ, ਧਰਮ ਤੁਹਾਨੂੰ ਪੈਟਰੋਲ ਡੀਜ਼ਲ ਮੁਫਤ ਤਾਂ ਨਹੀਂ ਦਿੰਦਾ। ਧਰਮ ਇੱਕ ਵੱਖਰਾ ਵਿਸ਼ਾ, ਜ਼ਿੰਦਗੀ ਜਿਉਣ ਦੀਆਂ ਲੋੜਾਂ ਇੱਕ ਵੱਖਰੀ ਗੱਲ ਹੈ। ਪਰ ਜਿਹੜੀਆਂ ਸਰਕਾਰਾਂ ਤੁਹਾਡੀ ਜ਼ਿੰਦਗੀ ਦੇ ਲਈ ਕੁਝ ਨਹੀਂ ਸੋਚਦੀਆਂ, ਤੁਹਾਡੀ ਜੇਬ ਬਾਰੇ ਕੁਝ ਨਹੀਂ ਸੋਚਦੀਆਂ, ਤੁਹਾਡੇ ਰੁਜ਼ਗਾਰ ਬਾਰੇ ਕੁਝ ਨਹੀਂ ਸੋਚਦੀਆਂ, ਤੁਹਾਡੀਆਂ ਮੁੱਢਲੀਆਂ ਲੋੜਾਂ ਦੇ ਬਾਰੇ ਕੁਝ ਨਹੀਂ ਸੋਚਦੀਆਂ, ਉਹਨਾਂ ਸਰਕਾਰਾਂ ਨੂੰ ਅਸੀਂ ਚੁਣ ਲੈਂਦੇ ਇੱਕ ਧਰਮ ਦੀ ਖਾਤਰ। ਧਰਮ ਨੂੰ ਇਹਨਾਂ ਲੋਕਾਂ ਨੇ ਸੰਕਟ ਦੇ ਵਿੱਚ ਪਾਇਆ ਹੋਇਆ, ਪਰ ਅਸੀਂ ਨਹੀਂ ਸੋਚਦੇ, ਅਸੀਂ ਨਹੀਂ ਸਮਝਦੇ ਤੇ ਚੀਕ ਸਭ ਦੀ ਨਿਕਲੀ ਪਈ ਹੈ। ਪਰ ਲੋਕ ਇਸ ਵਕਤ ਬੋਲਦੇ ਨਹੀਂ ਕਿਉਂਕਿ ਢੀਠਤਾਈ ਵੀ ਹੁੰਦੀ ਹੈ। ਲੋਕਾਂ ਦਾ ਵੱਡਾ ਹਿੱਸਾ ਸਿਫਤਾਂ ਵੀ ਕਰੀ ਜਾਂਦਾ, ਘਰ ਬੈਠਾ ਫਿਕਰ ਵੀ ਕਰੀ ਜਾਂਦਾ, ਪਾਰਕਾਂ 'ਚ ਬੈਠ ਕੇ ਸਿਰ ਸੁੱਟ ਕੇ ਇਹ ਗੱਲ ਕਹੀ ਜਾਂਦਾ ਲੁੱਟੇ ਗਏ ਆ, ਪੱਟੇ ਗਏ ਆ, ਬਰਬਾਦ ਹੋ ਗਏ ਆ। ਪਰ ਕਿਸੇ ਦੇ ਵਿੱਚ ਹਿੰਮਤ ਨਹੀਂ ਵੀ ਗਲਤ ਨੂੰ ਗਲਤ ਕਹੀਏ ਅੱਖ ਦੇ ਵਿੱਚ ਅੱਖ ਪਾ ਕੇ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਭਾਈ ਇਉਂ ਤਾਂ ਸਾਡੇ ਨੰਬਰ ਘਟ ਜਾਣਗੇ। ਜਿਨ੍ਹਾਂ ਲੋਕਾਂ ਨੇ ਸਿਫਤਾਂ ਬਹੁਤ ਕੀਤੀਆਂ ਰਾਜਨੀਤਿਕ ਪਾਰਟੀਆਂ ਦੀਆਂ, ਉਹਨਾਂ ਲੋਕਾਂ ਨੂੰ ਅੱਜ ਆਲੋਚਨਾ ਕਰਨੀ ਬੜੀ ਔਖੀ ਜਾਪਦੀ ਹੈ। ਪਰ ਜਿਸ ਤਰੀਕੇ ਦੇ ਨਾਲ ਇਹ ਕੀਮਤਾਂ ਦੇ ਵਿੱਚ ਵਾਧਾ ਹੋਇਆ, ਇਹਦੇ ਨਾਲ ਕੇਂਦਰ ਦੀ ਸਰਕਾਰ ਨੂੰ ਬਹੁਤ ਫਾਇਦਾ ਹੋਇਆ। ਉਹ ਬੇਸ਼ੱਕ ਇਹ ਗੱਲ ਕਵੇ ਜੀ ਕਰੋਨਾ ਕਰਕੇ ਸਾਡੀ ਆਮਦਨ ਬੜੀ ਘਟ ਗਈ ਹੈ, ਖਜ਼ਾਨੇ ਦੇ ਵਿੱਚ ਸਮੱਸਿਆ ਆ ਰਹੀ ਹੈ, ਪਰ ਸੱਚਾਈ ਇਹ ਹੈ ਵੀ ਜੇਕਰ ਤੁਸੀਂ ਸਾਰੇ ਸੂਬਿਆਂ ਤੋਂ ਵੱਧ ਟੈਕਸ ਵਸੂਲ ਕਰਦੇ ਹੋ ਤੇ ਲੋਕਾਂ ਦੇ ਲਈ ਤੁਸੀਂ ਫਿਕਰਮੰਦ ਆ, ਆਪਦਾ ਟੈਕਸ ਘਟਾ ਦਿਓ। ਸੂਬਾਈ ਸਰਕਾਰਾਂ ਨੂੰ ਚਾਹੀਦਾ ਉਹ ਆਪਣਾ ਟੈਕਸ ਘਟਾਉਣ, ਪਰ ਇਦਾਂ ਕਿਸੇ ਨੇ ਕਰਨਾ ਨਹੀਂ। ਆਪਦੇ ਖਜ਼ਾਨੇ ਦਾ ਖਿਆਲ ਆ, ਲੋਕਾਂ ਦੀ ਜੇਬ ਦਾ ਕੋਈ ਖਿਆਲ ਨਹੀਂ ਹੈ। 5 ਜੂਨ ਨੂੰ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਿੰਨੇ ਵੀ SDM ਦਫ਼ਤਰ ਹੈ, ਡਿਪਟੀ ਕਮਿਸ਼ਨਰ ਦਫ਼ਤਰ ਹੈ, ਵੱਖ-ਵੱਖ BJP ਜਾਂ ਹਮਖਿਆਲ ਪਾਰਟੀਆਂ ਦੇ ਆਗੂਆਂ ਦੇ ਘਰ ਹੈ ਜਾਂ ਦਫ਼ਤਰ ਹੈ, ਉੱਥੇ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾਣੀਆਂ। ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਪ੍ਰਧਾਨ ਆਗੂ ਆ, ਉਹਨਾਂ ਦੇ ਵੱਲੋਂ ਵੀ ਤੇ ਸਮੁੱਚੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੀ ਇਹ ਗੱਲ ਕਹੀ ਗਈ ਹੈ ਕਿ ਵੱਧ ਤੋਂ ਵੱਧ ਸਰਗਰਮੀ ਦੇ ਨਾਲ ਇਹਦੇ ਵਿੱਚ ਹਿੱਸਾ ਲਓ। ਇੱਕ ਨਾ ਇੱਕ ਦਿਨ ਜਿੱਤ ਕੇ ਜਾਵਾਂਗੇ। ਅਸੀਂ ਝੁਕਣ ਵਾਲਿਆਂ ਦੇ ਵਿੱਚੋਂ, ਅਸੀਂ ਰੁਕਣ ਵਾਲਿਆਂ ਦੇ ਵਿੱਚੋਂ, ਨਿਰਾਸ਼ ਹੋਣ ਵਾਲਿਆਂ ਦੇ ਵਿੱਚੋਂ, ਹੌਸਲੇ ਪਸਤ ਕਰਨ ਵਾਲਿਆਂ ਦੇ ਵਿੱਚੋਂ ਨਹੀਂ ਆ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੌਕਾ ਇਸ ਵਕਤ ਇਸ ਸੰਗਰਾਮ ਦੇ ਵਿੱਚ ਯੋਗਦਾਨ ਪਾ ਲਓ ਤੇ ਬਾਅਦ ਦੇ ਵਿੱਚ ਇਹ ਨਾ ਗੱਲ ਕਿਉਂ ਵੀ ਭਾਈ ਅਸੀਂ ਪਿੱਛੇ ਰਹਿ ਗਏ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ 5 ਜੂਨ ਨੂੰ ਖੇਤੀ ਆਰਡੀਨੈਂਸਾਂ ਨੂੰ ਆਏ 1 ਸਾਲ ਪੂਰਾ ਹੋ ਜਾਣਾ। ਇਹ ਆਰਡੀਨੈਂਸਾਂ ਨੂੰ ਸਾਲ ਹੋ ਜਾਣ ਦੇ ਉੱਤੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ ਭਾਜਪਾ ਆਗੂਆਂ ਦੇ ਘਰਾਂ, ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਤੇ SDM ਦੇ ਦਫ਼ਤਰਾਂ ਦੇ ਮੂਹਰੇ ਪ੍ਰਦਰਸ਼ਨ ਕੀਤੇ ਜਾਣ ਤੇ ਕਾਨੂੰਨਾਂ ਦੀਆਂ ਕਾਲੀਆਂ ਕਾਪੀਆਂ ਸਾੜੀਆਂ ਜਾਣਗੀਆਂ। ਉਹਨਾਂ ਨੇ ਕਿਰਤੀ ਲੋਕਾਂ ਨੂੰ ਅਪੀਲ ਕੀਤੀ ਕਿ ਜਿਵੇਂ 26 ਮਈ ਨੂੰ ਪੂਰੇ ਜ਼ੋਰ ਸ਼ੋਰ ਦੇ ਨਾਲ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਕਬੂਲ ਕੀਤਾ ਸੀ, ਉਸੇ ਤਰ੍ਹਾਂ ਇਹ ਵੀ ਸੱਦਾ ਲਾਗੂ ਕੀਤਾ ਜਾਵੇ। ਉਹਨਾਂ ਨੇ ਕਿਹਾ ਕਿ ਇਹ ਕਾਨੂੰਨ ਬਣਦਿਆਂ ਹੀ ਇਹਨਾਂ ਖਿਲਾਫ ਕੜਾਕੇ ਦੀ ਠੰਡ, ਅੱਤ ਦੀ ਗਰਮੀ, ਮੀਂਹ ਹਨੇਰੀ ਤੂਫਾਨ ਤੇ ਕਰੋਨਾ ਦੀ ਮਹਾਮਾਰੀ ਦੇ ਬਾਵਜੂਦ ਸੰਘਰਸ਼ ਕਰਦਿਆਂ 1 ਸਾਲ ਹੋਣ ਵਾਲਾ ਤੇ ਅੱਗੇ ਤੋਂ ਵੀ ਇਸ ਨੂੰ ਰੱਦ ਕਰਵਾਉਣ ਦੇ ਲਈ ਸੰਘਰਸ਼ ਜਾਰੀ ਰਹੇਗਾ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੇਂਦਰ ਦੀ ਸਰਕਾਰ ਦੀਆਂ ਚਾਲਾਂ ਨੇ, ਇਹਨਾਂ ਚਾਲਾਂ ਨੂੰ ਅਸੀਂ ਤਾਰਪੀਡੋ ਕਰਨਾ ਤੇ ਕਿਸਾਨ ਸੰਘਰਸ਼ ਨੂੰ ਏਕੇ ਦੇ ਨਾਲ ਲਗਾਤਾਰ ਅੱਗੇ ਤੋਂ ਅੱਗੇ ਵਧਾਉਣਾ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ ਪਹਿਲੀ ਗੱਲ ਤਾਂ ਅਸੀਂ ਕਹਾਂਗੇ ਗੱਲ ਕੱਲੀਆਂ ਫਸਲਾਂ ਦੀ ਨਹੀਂ ਹੈ, ਗੱਲ ਨਸਲਾਂ ਦੀ ਵੀ ਹੈ। ਗੱਲ ਕੱਲੀ ਕਣਕ ਦੀ ਨਹੀਂ, ਗੱਲ ਅਣਖ ਦੀ ਵੀ ਹੈ। ਤੇ ਜਿਹੜੇ ਅਣਖੀ ਲੋਕ ਇਸ ਵਕਤ ਬੈਠੇ ਹੋਏ ਬਾਰਡਰਾਂ ਦੇ ਉੱਤੇ, ਉਹਨਾਂ ਦਾ ਭਾਈ ਧੰਨਵਾਦ ਆ। ਉਹਨਾਂ ਦੇ ਲਈ ਤਾਂ ਅਸੀਂ ਸ਼ਬਦ ਵੀ ਨਹੀਂ ਵਰਤ ਸਕਦੇ ਕਿਉਂਕਿ ਸਾਡੇ ਕੋਲ ਇੰਨੀ ਸਮਰੱਥਾ ਨਹੀਂ ਕਿ ਉਹਨਾਂ ਦੀ ਸਿਫਤ ਦੇ ਲਈ ਵੀ ਪੂਰੇ ਸ਼ਬਦਾਂ ਦੀ ਵਰਤੋਂ ਕਰ ਸਕੀਏ। ਪਰ ਜਿਹੜੇ ਲੋਕ ਘਰਾਂ ਦੇ ਵਿੱਚ ਬੈਠ ਕੇ ਇਕੱਲੇ ਨੁਕਸ ਕੱਢ ਰਹੇ ਆ ਕਿ ਫਲਾਣੇ ਤਾਂ ਇੱਦਾਂ ਹਨ, ਕਿਸਾਨ ਆਗੂ ਤਾਂ ਇੱਦਾਂ ਹਨ, ਉਹਨਾਂ ਨੂੰ ਬੇਨਤੀ ਆ ਕਿ ਆਪਾਂ ਮਾੜਾ ਜਿਹਾ ਘਰੋਂ ਨਿਕਲਣਾ ਵੀ ਸ਼ੁਰੂ ਕਰੀਏ। AC ਕਮਰੇ ਦੇ ਵਿੱਚ ਬੈਠ ਕੇ ਆਪਦੇ ਮੋਬਾਈਲ ਦੇ ਉੱਤੇ ਟਿਕ ਟਿਕ ਕਰਕੇ ਆਪਾਂ ਕਮੈਂਟ ਪਾ ਦਿੰਦੇ ਆ, ਇਹਦੇ ਨਾਲ ਕੋਈ ਫਰਕ ਨਹੀਂ ਜੇ ਪੈਣਾ। ਮਾੜਾ ਮੋਟਾ ਆਪ ਵੀ ਯੋਗਦਾਨ ਪਾਈਏ। ਕੱਲੀ ਰਾਏ ਦੇਣੀ ਬੰਦ ਕਰੋ, ਕਿਸੇ ਨੂੰ ਕਿਸੇ ਦੀ ਕੋਈ ਰਾਏ ਦੀ ਲੋੜ ਨਹੀਂ। ਜਿਹੜੇ ਉੱਥੇ ਬੈਠੇ ਆ ਰਾਏ ਦੇਣ ਦੇ ਹੱਕਦਾਰ ਵੀ ਉਹੀ ਆ। ਸੋ ਜਿਹੜੇ ਵਿਦੇਸ਼ਾਂ ਦੇ ਵਿੱਚ ਬੈਠੇ ਭੈਣਾਂ ਵੀਰ ਆ, ਉਹਨਾਂ ਨੇ ਤਾਂ ਆਪਾਂ ਮਜਬੂਰੀਆਂ ਸਮਝਦੇ ਹਾਂ ਵੀ ਉਹ ਕਿਵੇਂ ਆਉਣ ਜਾਣ। ਪਰ ਜਿਹੜੇ ਲੋਕ ਇੱਥੋਂ ਪੰਜਾਬ ਦੇ ਵਿੱਚੋਂ ਜਾਂ ਹੋਰ ਵੱਖ-ਵੱਖ ਥਾਵਾਂ ਤੋਂ ਜਾ ਸਕਦੇ ਆ ਤੇ ਜਾਂਦੇ ਨਹੀਂ, ਪਰ ਉਹ ਬੈਠ ਕੇ 4 ਜਣਿਆਂ ਦੇ ਵਿੱਚ ਪ੍ਰਧਾਨ ਜ਼ਰੂਰ ਬਣਦੇ ਵੀ ਭਾਈ ਇਉਂ ਨਹੀਂ ਹੁੰਦਾ, ਮਸਲਾ ਤਾਂ ਇਉਂ ਹੱਲ ਹੁੰਦਾ। ਉਹਨਾਂ ਨੂੰ ਚਾਹੀਦਾ ਕਿ ਜਾ ਕੇ ਮਸਲਾ ਹੱਲ ਕਰਿਆ ਆਉਣ। ਉਹਨਾਂ ਨੂੰ ਇਹ ਜਾਪਦਾ ਜੀ ਕਿ ਇਹ ਤਾਂ ਫਲਾਣਿਆਂ ਨੇ ਐਂ ਕਰ ਦਿੱਤਾ,
ਇਹ ਜੀ ਫਲਾਣੇ ਕਿਸਾਨ ਆਗੂਆਂ ਨੇ ਅੰਦੋਲਨ ਖਰਾਬ ਕਰ ਦਿੱਤਾ, ਉਹ ਸਹੀ ਘਰੇ ਆਉਣ ਜਾ ਕੇ ਤੇ ਸਾਰਾ ਪੰਜਾਬ ਤੇ ਪੂਰੀ ਦੁਨੀਆ ਦੇ ਵਿੱਚ ਵਸਦੇ ਲੋਕ ਉਹਨਾਂ ਦੇ ਸ਼ੁਕਰੀਆ ਅਦਾ ਕਰਨਗੇ, ਉਹਨਾਂ ਨੂੰ ਨਾਇਕ ਮੰਨਣਗੇ ਆਪਣਾ। ਪਰ ਜੇਕਰ ਕੱਲੀ ਰਾਏ ਆਉਂਦੀ ਆ ਤਾਂ ਆਪਦੇ ਘਰ ਦੇ ਵਿੱਚ ਰਾਏ ਦੇਣੀ ਚਾਹੀਦੀ ਹੈ। ਐਵੇਂ ਬੇਲੋੜੀ ਰਾਏ ਕਿਸੇ ਨੂੰ ਦੇ ਕੇ ਤੇ ਨਾ ਆਪਦੇ ਮਨ ਤੇ ਬੋਝ ਪਾਉਣਾ ਚਾਹੀਦਾ ਤਾਂ ਨਾ ਦੂਜੇ ਦੇ ਮਨ ਤੇ ਪਾਉਣਾ ਚਾਹੀਦਾ, ਕਿਉਂਕਿ ਬਹੁਤ ਸਿਆਣੇ ਲੋਕ ਆ ਜਿਹੜੇ ਉੱਥੇ ਬੈਠੇ ਆ, ਉਹ ਕਮਲੇ ਨਹੀਂ ਆ। ਉਹਨਾਂ ਨੂੰ ਪਤਾ ਵੀ ਅਸੀਂ ਕਿਵੇਂ ਬਹਿਣਾ, ਉਹਨਾਂ ਨੂੰ ਪਤਾ ਵੀ ਅਸੀਂ ਕਿਵੇਂ ਅੰਨ ਪਕਾਉਣਾ, ਕਿਵੇਂ ਪੈਦਾ ਕਰਨਾ, ਕਿਵੇਂ ਰੋਟੀ ਖਾਣੀ ਆ ਤੇ ਕਿਵੇਂ ਲੰਗਰ ਲਾਉਣੇ ਆ, ਉਹਨਾਂ ਨੂੰ ਸਾਰਾ ਕੁਝ ਪਤਾ। ਉਸ ਤੋਂ ਅਗਲੀ ਗੱਲ ਇਹ ਹੈ ਜੀ ਕਿ 5 ਜੂਨ ਨੂੰ ਕਿਸਾਨ ਆਗੂਆਂ ਨੇ ਕਿਹਾ ਕਿ ਅਸੀਂ ਕਾਲਾ ਦਿਵਸ ਮਨਾਉਣਾ, ਅਸੀਂ ਉਸ ਵਕਤ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜਦੀਆਂ। ਇਸ ਬੇਨਤੀ ਨੂੰ ਵੱਧ ਤੋਂ ਵੱਧ ਕਬੂਲ ਕਰਨ ਦੇ ਲਈ ਅਪੀਲ ਕੀਤੀ ਗਈ ਹੈ। ਸੋ ਇਹ ਅਪੀਲ ਮਨਜ਼ੂਰ ਕਰਨੀ ਵੀ ਚਾਹੀਦੀ ਹੈ, ਕਿਉਂਕਿ ਇਸ ਵਕਤ ਸੰਘਰਸ਼ ਉਸ ਮੁਕਾਮ ਦੇ ਉੱਤੇ ਹੈ ਜਿੱਥੇ ਕਿ ਆਰ ਜਾਂ ਪਾਰ ਦੀ ਗੱਲ ਹੈ। ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਇਸ ਮਾਮਲੇ ਦੇ ਉੱਤੇ ਕਦੋਂ ਗੌਰ ਫਰਮਾਈ ਕਰਨਗੇ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਹੋਈ ਹੈ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਕੀਤੀ ਜਾ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।